ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਗੁਰੂ ਸੱਚੇ ਪਾਤਸ਼ਾਹ ਜੋ ਸਾਨੂੰ ਬਚਨ ਗਿਆਨ ਸਮਝਾ ਰਹੇ ਆ, ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਪ੍ਰੈਕਟੀਕਲ ਤੋਂ, ਬਿਨਾਂ ਨਾਮ ਦੀ ਖੇਲ ਤੋਂ ਸਾਡੇ ਕਿਸੇ ਵੀ ਗਿਆਨ ਉੱਪਰ, ਕਿਸੇ ਵੀ ਜੁਗਤ ਉੱਪਰ, ਜੋਗ ਉੱਪਰ ਮੋਹਰ ਨਹੀਂ ਲਾਉਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੁਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਬਦ ਤੋਂ ਹੀ ਜੋਗ ਪ੍ਰਗਟ ਹੁੰਦਾ ਹੈ, ਸ਼ਬਦ ਤੋਂ ਹੀ ਗਿਆਨ ਪ੍ਰਗਟ ਹੁੰਦਾ ਹੈ, ਔਰ ਇਸੇ ਸੱਚੇ ਸ਼ਬਦ ਤੋਂ ਹੀ ਵੇਦ ਪ੍ਰਗਟ ਹੋ ਜਾਂਦਾ ਹੈ। ਤੇ ਅਸੀਂ ਜੋ ਬ੍ਰਾਹਮਣ ਜਾਂ ਗੁਰਮੁਖ ਜਾਂ ਕਿਸੇ ਅਹੁਦੇ ਤੇ ਜਾਂਦੇ ਹਾਂ, ਸ਼ਬਦ ਕਰਕੇ ਹੀ ਜਾਂਦੇ ਹਾਂ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਹੁਣ ਜੋਗ ਦਾ ਮਤਲਬ ਹੁੰਦਾ ਹੈ ਮਿਲਾਪ ਕਰਨਾ। ਜੋ ਸੱਚੇ ਪਾਤਸ਼ਾਹ ਨੂੰ ਪਾਉਣ ਦੇ ਲਈ ਜ਼ਰੂਰੀ ਮਾਰਗ ਜੁਗਤ ਹੈ, ਉਸ ਨੂੰ ਅਪਣਾ ਕੇ ਅਕਾਲ ਪੁਰਖ ਦੇ ਨਾਲ ਮਿਲਾਪ ਕਰ ਲੈਣਾ, ਇਹਨੂੰ ਜੋਗ ਕਿਹਾ ਜਾਂਦਾ ਹੈ। ਸੱਚਾ ਮਾਰਗ ਅਪਣਾ ਕੇ ਸੱਚੇ ਨਾਲ ਮਿਲਾਪ ਕਰ ਲੈਣਾ ਜੋਗ। ਹੁਣ ਮਿਲਾਪ ਕਰਨ ਦੇ ਲਈ ਜੁਗਤ ਤਰੀਕੇ ਬਹੁਤ ਅਪਣਾਏ ਗਏ, ਔਰ ਸਾਰੇ ਤਰੀਕੇ ਜਿਹੜੇ ਆ ਤਨ ਕਰਕੇ ਅਪਣਾਏ ਗਏ ਸੰਸਾਰ ਪਾਸੋਂ। ਤਨ ਕਰਕੇ ਮਾਲਕ ਦੇ ਨਾਲ ਮਿਲਾਪ ਕਰਨ ਦੇ ਲਈ ਯਤਨ ਕੀਤੇ ਗਏ, ਕਿਉਂਕਿ ਮਾਇਆ ਨੇ ਮਨ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਸੀ। ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਵੀ ਜੇਕਰ ਜੋਗ ਕਰਨਾ ਹੈ ਸ਼ਬਦ ਦੁਆਰਾ ਕਰੋ। ਜੋਗ ਸ਼ਬਦੰ
ਜੇ ਤੁਸੀਂ ਕੋਈ ਵੀ ਬ੍ਰਹਮ ਦਾ ਗਿਆਨ ਕਰਨਾ ਹੈ, ਸੱਚ ਦਾ ਗਿਆਨ ਕਰਨਾ ਹੈ, ਉਹ ਵੀ ਸ਼ਬਦ ਦੁਆਰਾ ਕਰੋ। ਗਿਆਨ ਸ਼ਬਦੰ। ਉਹਨਾਂ ਕਿਹਾ ਵੀ ਜੇ ਵੇਦਾਂ ਦੀ ਵਿਚਾਰ ਕਰਨੀ ਹੈ ਵਿਆਕਰਣ ਜਾਂ ਟੀਕਿਆਂ ਦੇ ਆਧਾਰ 'ਤੇ ਨਹੀਂ, ਵੇਦ ਸ਼ਬਦੰ ਬ੍ਰਾਹਮਣ ਹੈ, ਉਹ ਅਸਲੀ ਬ੍ਰਾਹਮਣ ਹੈ। ਹੁਣ ਸ਼ਬਦ ਕਿਹੜਾ? ਮਹਾਰਾਜ ਕਹਿੰਦੇ ਆ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ, ਜੋ ਗੁਰ ਸਰਣਾਈ ਭਜ ਪਿਆ। ਗੁਪਤ ਨਾਮ ਘਟ ਘਟ ਦੇ ਵਿੱਚ ਪ੍ਰਗਟ ਹੈ। ਉਸ ਗੁਪਤ ਨਾਮ ਦੀ, ਜਿਹਨੂੰ ਮਹਾਰਾਜ ਕਹਿੰਦੇ ਨੇ ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ ਹੈ ਜਿਸ ਦੇ ਦੁਆਰਾ ਸਾਰੀ ਸ੍ਰਿਸ਼ਟੀ ਦੇ ਵਿੱਚ ਪਾਲਣ ਦੀ ਖੇਡ ਚੱਲਦੀ ਪਈ ਹੈ, ਗਿਆਨ ਦੀ ਖੇਡ ਚੱਲਦੀ ਪਈ ਹੈ। ਉਸੇ ਸ਼ਬਦ ਤੋਂ ਹੀ ਜੋਗ ਪ੍ਰਗਟ ਹੁੰਦਾ ਹੈ, ਉਸੇ ਤੋਂ ਹੀ ਗਿਆਨ ਪ੍ਰਗਟ ਹੁੰਦਾ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਹੈ ਵੀ ਖੱਤਰੀ ਹੈ, ਚਾਹੇ ਸੂਦਰ ਹੈ, ਚਾਹੇ ਸੂਰ ਹੈ, ਚਾਹੇ ਬ੍ਰਾਹਮਣ ਹੈ। ਬ੍ਰਾਹਮਣ ਤਾਂ ਪਹਿਲਾਂ ਕਹਿਤਾ ਨਾ, ਇਹ ਸਾਰੇ ਹੀ ਸ਼ਬਦ ਦੁਆਰਾ ਪ੍ਰਗਟ ਹੋਏ ਹੋਏ ਨੇ। ਤੇ ਜੇਕਰ ਕੋਈ ਵਪਾਰ ਕਰਦਾ ਹੈ, ਜੇਕਰ ਕੋਈ ਡਿਫੈਂਸ ਕਰਦਾ ਹੈ, ਆਪਦੇ ਆਪ ਨੂੰ ਸੂਰਮਾ ਕਹਾਉਂਦਾ ਹੈ, ਜੇਕਰ ਕੋਈ ਸਹਿਜ ਦੇ ਵਿੱਚ ਜਾ ਕੇ ਨੀਚ ਬਣ ਕੇ ਕੰਮ ਕਰਦਾ ਹੈ, ਪਰ ਜੇ ਉਹ ਸ਼ਬਦ ਤੋਂ ਟੁੱਟਿਆ ਹੋਇਆ ਹੈ ਤੇ ਨਾ ਉਹ ਖੱਤਰੀ ਹੈ, ਨਾ ਬ੍ਰਾਹਮਣ ਹੈ, ਨਾ ਸੂਦ ਹੈ, ਨਾ ਵੈਸ਼, ਉਹ ਤਾਂ ਇੱਕ ਨਿਗੁਰਾ ਹੈ। ਕਿਉਂਕਿ ਮਹਾਰਾਜ ਕਹਿੰਦੇ ਸਰਬ ਸ਼ਬਦੰ ਏਕ ਸ਼ਬਦੰ। ਜਿੰਨੀ ਅਨਾਹਦ ਬਾਣੀ ਹੈ, ਜਿੰਨੇ ਪਵਨ ਦੇ ਸ਼ਬਦ ਨੇ, ਇਹ ਸਾਰੇ ਇੱਕ ਸ਼ਬਦ ਚੋਂ ਨਿਕਲੇ ਹੋਏ ਆ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ। ਜੇ ਕੋਈ ਭੇਤ ਬੁੱਝ ਲਵੇ, ਜਿੰਨੇ ਸ਼ਬਦ ਨੇ ਨਾ, ਹੁਣ ਗੁਰਮੁਖ ਪੁੱਛਦੇ ਆ ਵੀ ਸਾਡਾ ਬਿੰਡੇ ਦਾ ਸ਼ਬਦ ਵੱਜਦਾ ਹੈ, ਘੁੰਗਰੂ ਦਾ ਸ਼ਬਦ ਵੱਜਦਾ ਹੈ। ਇੱਕ ਨਾ ਸਾਡੇ ਵਿੱਚ ਨਾ ਥੋੜ੍ਹਾ ਜਿਹਾ ਮਾਇਆ ਦੇ ਨਾਲ ਰਹਿ ਕੇ ਇੱਕ ਔਗਣ ਪ੍ਰਗਟ ਹੋ ਗਿਆ ਆਪਣੇ ਵਿੱਚ, ਸਾਰੀ ਕਾਇਨਾਤ 'ਚ। ਉਹ ਔਗਣ ਏ ਕਿ ਗਰਮੈਸ਼ ਜਿਵੇਂ ਅਗਨ ਹੁੰਦੀ ਏ, ਅਗਨ ਦੇ ਵਿੱਚ ਕੋਈ ਵੀ ਆਪਾਂ ਲੱਕੜੀ ਪਾ ਦਈਏ, ਉਹਦੇ ਵਿੱਚ ਕੋਈ ਧਾਤ ਸੜਨ ਵਾਲੀ ਪਾ ਦਈਏ, ਕੱਪੜਾ ਪਾ ਦਈਏ, ਕਾਗਜ਼ ਪਾ ਦਈਏ, ਉਹ ਛੇਤੀ ਨਾਲ ਅਗਨ ਦੇ ਵਿੱਚ ਸੜ ਜਾਂਦਾ ਹੈ, ਛੇਤੀ ਨਾਲ। ਸਾਡੇ ਵਿੱਚ ਵੀ ਇੱਕ ਔਗਣ ਪ੍ਰਗਟ ਹੋ ਗਿਆ ਹੈ। ਸਾਡੇ ਮਨ ਨੂੰ ਕਾਹਲ ਬਹੁਤ ਆਉਂਦੀ ਹੈ ਵੀ ਜੋ ਮਿਲਣਾ ਹੈ ਨਾ ਛੇਤੀ ਨਾਲ ਮਿਲ ਜਾਏ। ਇਹ ਔਗਣ ਹੈ ਬਹੁਤ ਵੱਡਾ। ਦੂਸਰਾ ਸਾਡੇ ਵਿੱਚ ਔਗਣ ਪੈਦਾ ਹੋ ਗਿਆ ਹੈ ਫਿੱਕੇ ਬਚਨਾਂ ਦਾ। ਸਾਨੂੰ ਇਹ ਪਤਾ ਨਹੀਂ ਲੱਗਦਾ ਕਿਸ ਨਾਲ ਕਿਵੇਂ ਗੱਲ ਕਰਨੀ ਹੈ, ਗੁਰਮੁਖ ਨਾਲ ਕਿਵੇਂ ਵਿਚਾਰ ਕਰਨੀ, ਆਮ ਸੰਸਾਰੀ ਜੀਵਾਂ ਨਾਲ ਕਿਵੇਂ ਵਿਚਾਰ ਕਰਨੀ। ਅਸੀਂ ਆਪ ਦੇ ਰੁਤਬੇ ਜਾਂ ਪੈਸੇ ਦੇ ਜਾਂ ਆਪ ਦੀ ਪਹੁੰਚ ਦੇ ਮੁਤਾਬਕ ਹੀ ਬਚਨ ਕਰਦੇ ਹਾਂ, ਚਾਹੇ ਫੋਨ 'ਤੇ ਕਰੀਏ, ਚਾਹੇ ਅਸੀਂ ਮਿਲ ਕੇ ਕਰੀਏ। ਹੁਣ ਕਈ ਵਾਰੀ ਗੁਰਮੁਖਾਂ ਨੂੰ ਅਨਾਹਦ ਬਾਣੀ ਦਾ ਆਪਾਂ ਦੇਖੋ ਇੰਨਾ ਮਹੱਤਵ ਸਮਝਾਉਂਦੇ ਹਾਂ, ਇੰਨਾ ਉੱਚ ਪੱਧਰ ਏ, ਉਹ ਬਾਣੀ ਨੂੰ ਵੀ ਇਸ ਤਰ੍ਹਾਂ ਕਹਿਣਗੇ ਆਹ ਬਿੰਡੇ ਬੁੰਡੇ ਜੇ ਚੱਲਦੇ ਨੇ ਜੀ, ਆਹ ਟਿਨੀਟਸ ਜੀ ਚੱਲਦੀ ਹੈ, ਇੱਕ ਬਿਮਾਰੀ ਹੈ ਮੇਰੇ ਕੰਨਾਂ ਵਿੱਚ। ਸਾਰਾ ਪਤਾ ਹੈ, ਵਾਰ-ਵਾਰ ਐਕਸਪਲੇਨ ਵੀ ਕੀਤਾ ਹੈ ਵੀ ਕੋਈ ਬਿਮਾਰੀ ਨਹੀਂ ਹੈਗੀ। ਇਹ ਤੁਹਾਨੂੰ ਦੁਨਿਆਵੀ ਵਿਗਿਆਨੀਆਂ ਨੇ, ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈਗਾ, ਉਹਨਾਂ ਦਾ ਪ੍ਰੈਕਟੀਕਲ ਨਹੀਂ ਹੈਗਾ, ਉਹ ਦੁਨਿਆਵੀ ਵਿਗਿਆਨੀਆਂ ਨੇ ਤੁਹਾਡੇ ਮਨ ਦੇ ਵਿੱਚ ਇੱਕ ਵਹਿਮ ਪਾ ਦਿੱਤਾ ਹੈ। ਹੋਰ ਇਹਦੇ ਵਿੱਚ ਕੋਈ ਇਹ ਨਹੀਂ ਵੀ ਤੁਹਾਨੂੰ ਕੋਈ ਬਿਮਾਰੀ ਹੋ ਗਈ ਏ। ਉਹ ਜਿਨ੍ਹਾਂ ਦੇ ਮਨ ਨੂੰ ਖੇਲ ਨਹੀਂ ਪਤਾ,
ਉਹਨਾਂ ਨੇ ਇਸ ਨੂੰ ਬਿਮਾਰੀ ਦਾ ਨਾਮ ਦੇ ਦਿੱਤਾ ਹੈ। ਆਹ ਘੁੰਗਰੂ ਜਿਹਾ ਚੱਲਦੇ ਨੇ, ਆ ਪਤਾ ਨਹੀਂ ਜੀ ਕੋਈ ਬਿਮਾਰੀ ਆ, ਕੰਨਾਂ 'ਚ ਟਿੱਡੀਆਂ ਹੀ ਬੋਲਦੀਆਂ ਨੇ, ਇਹਦਾ ਇਲਾਜ ਦੱਸੋ ਕਿਵੇਂ ਕਰਨਾ। ਆਪਾਂ ਕਹਿੰਦੇ ਆ ਵੀ ਗੁਰਮੁਖੋ ਅਸੀਂ ਵਡਭਾਗੇ ਹਾਂ ਜੋ ਸਾਨੂੰ ਸਤਿਗੁਰ ਨੇ ਅੰਦਰੋਂ ਸੂਖਮ ਸ਼ਬਦਾਂ ਦੀ ਧੁਨਕਾਰ ਦਿੱਤੀ ਆ ਵੀ ਗੁਰਮੁਖੋ ਭਗਤੀ ਦੇ ਮਾਰਗ ਦੇ ਉੱਪਰ ਚੱਲਣ ਵਾਲੇ ਵੱਡੇ ਵੱਡੇ ਜਤੀ ਤਪੀ ਸਤੀ ਦੇਵਤੇ ਉਹ ਇਸ ਸ਼ਬਦ ਬਾਣੀ ਦੀ ਖੋਜ ਦੇ ਵਿੱਚ, ਇਸ ਸ਼ਬਦ ਬਾਣੀ ਦੇ ਸਮਾਉਣ ਦੇ ਲਈ ਬਹੁਤ ਬਹੁਤ ਵੱਡੇ ਯਤਨ ਕਰਦੇ ਰਹੇ। ਸਾਡੇ ਤੇ ਤਾਂ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ, ਸਾਡੀ ਪੁਰਬਲੀ ਭਗਤੀ ਜਾਗੀ ਆ। ਹੁਣ ਦੂਸਰਾ ਸਾਡੇ ਮਨ ਦੇ ਵਿੱਚ ਕਾਹਲ ਆ ਵੀ ਜੇਕਰ ਸ਼ਬਦ ਬਾਣੀ ਚੱਲ ਪਈ ਆ ਜਾਂ ਅਸੀਂ ਸਿਮਰਨ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਛੇਤੀ ਨਾਲ ਸਾਡੀ ਅਵਸਥਾ ਬਣ ਜਾਏ, ਬਸ ਛੇਤੀ ਨਾਲ ਅਸੀਂ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਈਏ। ਇਹ ਨਹੀਂ ਹੋ ਸਕਦਾ, ਕਿਉਂਕਿ ਇਹ ਸਟੈਪ ਬਾਈ ਸਟੈਪ ਚੱਲਣ ਦਾ ਮਾਰਗ ਹੈ। ਜਿਵੇਂ ਅਸੀਂ ਹੁਣੇ ਇੰਟਰਨੈਟ ਦੇ ਉੱਪਰ ਵੇਖ ਰਹੇ ਸੀਗੇ, ਉਹ ਕਹਿੰਦੇ ਵੀ 1 ਕਿਲੋ ਚੀਨੀ ਦੀ ਜੇਕਰ ਐਨਰਜੀ ਬਣਾਈ ਜਾਵੇ, ਜਿੰਨੀ 1 ਕਿਲੋ ਚੀਨੀ ਦੇ ਵਿੱਚ ਮਿਠਾਸ ਹੈ ਤੇ ਜਿੰਨੀ ਉਹ ਸਾਨੂੰ ਐਨਰਜੀ ਦਿੰਦੀ ਹੈ, ਜੇ ਉਹਨੂੰ ਸਿਰਫ ਐਨਰਜੀ ਵਿੱਚ ਤਬਦੀਲ ਕਰ ਦਿੱਤਾ ਜਾਵੇ ਤੇ ਉਹ ਵਿਗਿਆਨ ਕਹਿੰਦਾ ਹੈ ਵੀ 1 ਲੱਖ ਕਿਲੋਮੀਟਰ ਜਿਹੜੀ ਆ ਉਹ ਕਾਰ ਚੱਲ ਸਕਦੀ ਆ 1 ਕਿਲੋ ਚੀਨੀ ਦੀ ਐਨਰਜੀ ਦੇ ਨਾਲ। 1 ਸਾਲ ਕਾਰ ਚੱਲ ਸਕਦੀ ਹੈ, 1 ਲੱਖ ਕਿਲੋਮੀਟਰ ਚੱਲ ਸਕਦੀ ਹੈ। ਹੁਣ ਵੇਖੋ ਕਿੰਨੀ ਐਨਰਜੀ 1 ਸਾਲ ਜਿਹੜੀ ਕਾਰ ਨੂੰ ਚਲਾ ਸਕਦੀ ਏ, ਉਹ 1 ਕਿਲੋ ਚੀਨੀ ਦੇ ਵਿੱਚ ਆ। ਤੇ ਇੰਨੀ ਐਨਰਜੀ ਇਕੱਠੀ ਹੋਈ ਤੇ 1 ਕਿਲੋ ਮਿਠਾਸ ਬਣੀ ਆ। ਤੇ ਸਾਡੀ ਕਿੰਨੀ ਸੁਰਤੀ ਵਿਖਰਾਵ ਦੇ ਵਿੱਚ ਛੋਟੇ ਛੋਟੇ ਬਰੀਕ ਬਰੀਕ ਰੋਮ ਆ, ਜਿਨ੍ਹਾਂ ਨੂੰ ਅਸੀਂ ਨੇਤਰਾਂ ਦੇ ਨਾਲ ਦੇਖ ਵੀ ਨਹੀਂ ਸਕਦੇ। ਕਰੋੜਾਂ ਦੀ ਤਾਦਾਦ ਦੇ ਵਿੱਚ ਰੋਮ ਨੇ। ਇਹ ਰੋਮਾਂ ਦੇ ਨਾਲ ਸੁਰਤੀ ਨੇ ਪਿਆਰ ਪਾ ਲਿਆ ਇਸ ਚਮੜੀ ਦੇ ਨਾਲ, ਔਰ ਸੁਰਤੀ ਬਿਲਕੁਲ ਛੋਟੇ ਛੋਟੇ ਭਾਗਾਂ ਦੇ ਵਿੱਚ ਬਿਖਰ ਚੁੱਕੀ ਆ। ਜਿਵੇਂ ਸਾਨੂੰ ਇਹ 3 ਗੁਣੀ ਸਰੀਰ ਰੋਮ ਫੁਰਨਾ ਵਿਚਾਰ ਦਿੰਦੇ ਨੇ, ਉਹ ਵਿਚਾਰਾਂ ਨੂੰ ਲੈ ਕੇ ਤਾਂ ਹੀ ਤਾਂ ਸਾਡਾ ਮਨ ਨਾਲੋਂ ਨਾਲ ਨੈਗੇਟਿਵ ਹੋ ਜਾਂਦਾ। ਅਸੀਂ ਕੁਝ ਦੂਜਾ ਸੋਚ ਹੀ ਨਹੀਂ ਸਕਦੇ। ਵਿਵੇਕ ਬੁੱਧ ਤਾਂ ਸਾਡੇ ਵਿੱਚ ਉਦੋਂ ਆਉਣੀ ਆ ਨਾ ਜਦੋਂ ਅਸੀਂ ਤਨ ਨੂੰ ਛੱਡ ਕੇ ਪਵਨ ਨੂੰ ਛੱਡ ਕੇ ਸੋਚਾਂਗੇ। ਹੁਣ ਵਿਵੇਕ ਬੁੱਧ ਸਾਡੇ ਵਿੱਚ ਇਸ ਕਰਕੇ ਨਹੀਂ ਆਉਂਦੀ, ਅਸੀਂ ਤਨ ਨੂੰ ਪਵਨ ਨੂੰ ਛੱਡ ਕੇ ਸੋਚ ਹੀ ਨਹੀਂ ਸਕਦੇ। ਜਿੰਨੇ ਔਗਣ, ਜਿੰਨੇ ਰੋਗ, ਜਿੰਨੀ ਮਾਇਆ ਦੀ ਤ੍ਰਿਸ਼ਨਾ ਹੈ, ਇਹ ਸਾਰੀ ਹੀ ਸਰੀਰ ਰੂਪੀ ਚਮੜੀ ਦੇ ਵਿੱਚ ਆ। ਹੁਣ ਸਰੀਰ ਦੀ ਚਮੜੀ ਸਾਡੇ ਤੋਂ ਛੱਡੀ ਨਹੀਂ ਜਾਂਦੀ। ਮਾਇਆ ਦੇ ਵਿੱਚ ਰਹਿ ਕੇ ਫੁਰਨੇ ਬੰਦ ਹੋ ਗਏ, ਪਰ ਮਨ ਦੇ ਵਿੱਚ ਤਾਂ ਤ੍ਰਿਸ਼ਨਾ ਹੈ, ਮਨ ਦੇ ਵਿੱਚ ਤਾਂ ਵਿਕਾਰ ਨੇ। ਅਸੀਂ ਮਾਇਆ ਤੋਂ ਅੱਡ ਹੋਣਾ ਹੈ, ਅਸੀਂ ਪਵਨ ਤੋਂ ਅੱਡ ਹੋਣਾ ਹੈ, ਫੇਰ ਸਾਡੇ ਤੇ ਕਿਰਪਾ ਹੋਣੀ ਹੈ, ਫੇਰ ਸਾਡੇ ਤੇ ਅਵਸਥਾ ਸਾਡੀ ਬਣਨੀ ਹੈ। ਹੁਣ ਅਸੀਂ ਫਸੇ ਹੋਏ ਹਾਂ ਵਿਸ਼ਟਾ ਅਸਤ ਰਕਤ ਪਰੇਟੇ ਚਾਮ ਦੇ ਵਿੱਚ, ਭਾਵੇਂ ਸਰੀਰ ਦੇ ਵਿੱਚ, ਜਿਸ ਦੇ ਵਿੱਚ ਸਿਰਫ ਵਿਸ਼ਟਾ ਹੈ, ਹੱਡੀਆਂ ਨੇ, ਖੂਨ ਹੈ, ਚਮੜੀ ਹੈ। ਸਾਡੇ ਵਿੱਚ ਵਿਵੇਕਤਾ ਪ੍ਰਗਟ ਨਹੀਂ ਹੁੰਦੀ ਤੇ ਅਸੀਂ ਲਗਾਤਾਰ ਜੇਕਰ ਸਿਮਰਨ ਵੀ ਕਰਦੇ ਹਾਂ, ਦੇਹੀ ਦੁਆਰਾ ਕਰਦੇ ਹਾਂ, ਦੇਹੀ ਦਾ ਜ਼ੋਰ ਲਾ ਕੇ ਕਰਦੇ ਪਏ ਹਾਂ। ਜੇਕਰ ਗਿਆਨ ਵੀ ਕਰਦੇ ਹਾਂ ਤਾਂ ਵੀ ਦੇਹੀ ਦਾ ਜ਼ੋਰ ਲਾ ਕੇ ਕਰਦੇ ਪਏ ਹਾਂ। ਇਸ ਕਰਕੇ ਸਾਡੇ ਵਿੱਚ ਵਿਵੇਕਤਾ ਦਾ ਗਿਆਨ ਨਹੀਂ ਪ੍ਰਗਟ ਹੁੰਦਾ। ਤੇ ਚਾਹੇ ਸਾਡੇ ਅੰਦਰ ਮਹਾਰਾਜ ਨੇ ਕਿਰਪਾ ਕਰਤੀ ਆ, ਸੂਖਮ ਅਨਾਹਦ ਸ਼ਬਦਾਂ ਦੀਆਂ ਧੁਨਾਂ ਵੀ ਸਾਨੂੰ ਸੁਣਾਈ ਦੇਣ ਲੱਗ ਗਈਆਂ, ਪਰ ਫਿਰ ਵੀ ਸਾਡਾ ਉਹਨਾਂ ਦੇ ਪ੍ਰਤੀ ਸਤਿਕਾਰ ਨਹੀਂ ਬਣਦਾ, ਉਹਨਾਂ ਦੇ ਪ੍ਰਤੀ ਪਿਆਰ ਨਹੀਂ ਬਣਦਾ। ਔਰ ਬਿਮਾਰ ਸਾਡਾ ਮਨ ਹੈ। ਅਸੀਂ ਧੁਨ ਨੂੰ ਸੁਣ ਕੇ ਕਹਿੰਦੇ ਹਾਂ ਵੀ ਸਾਨੂੰ ਬਿਮਾਰੀ ਹੋ ਗਈ ਹੈ।
ਬਿਮਾਰ ਤਾਂ ਮਨ ਹੈ। ਅਸੀਂ ਅਨਾਹਦ ਸ਼ਬਦਾਂ ਨੂੰ ਬਿਮਾਰੀ ਦੱਸਦੇ। ਮਨ ਇੰਨਾ ਹਉਮੈ ਦੇ ਵਿੱਚ ਗ੍ਰਸਤ ਹੋਇਆ ਪਿਆ ਵੀ ਅਨਾਹਦ ਸ਼ਬਦ ਸੁਣੇ ਹੀ ਨਹੀਂ ਜਾਂਦੇ ਉਹਦੇ ਤੋਂ। ਜਿਵੇਂ ਕਿਸੇ ਨੇ ਸ਼ਰਾਬ ਨਸ਼ਾ ਕਰ ਕਰਕੇ ਜਿਗਰ ਦੇ ਵਿੱਚ ਇੰਨੀ ਗਰਮੈਸ਼ ਪੈਦਾ ਕਰ ਲਈ ਆ ਕਿ ਅੰਮ੍ਰਿਤ ਰੂਪੀ ਭੋਜਨ ਜਿਹੜਾ ਹੈ, ਅੰਮ੍ਰਿਤ ਰੂਪੀ ਖੁਰਾਕ ਜਿਹੜੀ ਹੈ, ਇੰਨੀ ਗਰਮੈਸ਼ ਹੋ ਗਈ ਹੈ ਵੀ ਉਹ ਸਰੀਰ ਵਿੱਚ ਜਾਵੇ ਤੇ ਬਾਹਰ ਆ ਜਾਂਦੀ ਹੈ। ਉਸੇ ਤਰੀਕੇ ਮਨ ਦੇ ਵਿੱਚ ਫੁਰਨਿਆਂ ਦੀ ਹਉਮੈ ਦੀ ਇੰਨੀ ਗਰਮੈਸ਼ ਹੋ ਗਈ ਆ ਵੀ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ, ਜੇਕਰ ਉਹ ਪਾਣਾ ਚਾਹੁੰਦੇ ਆ ਤੇ ਅੱਗੋਂ ਗਰਮੈਸ਼ ਇੰਨੀ ਹੈ ਵੀ ਉਹ ਸਮਾ ਹੀ ਨਹੀਂ ਸਕਦਾ ਵਿੱਚ। ਭਾਂਡਾ ਨਾਰਾਇਣ ਲਿਆ ਨਠੂੰਗੜਾ ਪੈਰ ਕਿੱਥੇ ਰੱਖੇ। ਅਕਾਲ ਪੁਰਖ ਸਾਡੇ ਸਰੀਰ ਦੇ ਵਿੱਚ ਇੱਕ ਅੰਗੂਠੇ ਜਿੰਨਾ ਚਰਨ ਦਾ ਅੰਗੂਠਾ ਰੱਖਣਾ ਚਾਹੁੰਦੇ ਹੈ, ਪਰ ਅੰਦਰ ਹਉਮੈ ਵਿਸ਼ਟਾ ਇੰਨੀ ਹੈ ਵੀ ਰੱਖਣ ਕਿੱਥੇ। ਇੰਨਾ ਤਾਂ ਮਨ ਵਿਕਾਰੀ ਹੈ, ਚੰਚਲ ਹੈ। ਹੁਣ ਸੱਚੇ ਪਾਤਸ਼ਾਹ ਸਾਨੂੰ ਆਵਾਜ਼ਾਂ ਦਿੰਦੇ ਆ, ਜਿਸ ਆਵਾਜ਼ ਦੇ ਰਾਹੀਂ ਅਸੀਂ ਉਹਨਾਂ ਦੇ ਨਾਲ ਮਿਲਾਪ ਕਰਨਾ ਹੈ, ਅਸੀਂ ਉਸ ਆਵਾਜ਼ ਨੂੰ ਰੋਗ ਸਮਝ ਲਿਆ। ਅਸੀਂ ਉਸ ਆਵਾਜ਼ ਨੂੰ ਸੁਣਨਾ ਹੀ ਨਹੀਂ ਸਮਝਦੇ, ਸੁਣਨਾ ਹੀ ਨਹੀਂ ਜਾਣਦੇ, ਸੁਣਨ ਦਾ ਤਰੀਕਾ ਹੀ ਨਹੀਂ ਹੈਗਾ ਸਾਡੇ ਕੋਲ। ਪਰ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਇਸ ਅਨਾਹਦ ਬਾਣੀ ਨੂੰ ਸੁਣਨ ਦੀ ਜੁਗਤ ਨਹੀਂ ਨਾ ਸਿੱਖਦੇ, ਤੁਹਾਡੇ ਮਨ ਦੀ ਜ਼ਹਿਰ ਵੀ ਨਹੀਂ ਉਤਰਨੀ। ਸਾਡੇ ਮਨ ਦੇ ਵਿੱਚ ਉਹ ਗੁਣ ਵੀ ਨਹੀਂ ਆਉਣੇ ਜਿਨ੍ਹਾਂ ਦੁਆਰਾ ਅਸੀਂ ਜਤ ਸਤ ਸੰਜਮ ਸਹਿਣਸ਼ੀਲਤਾ ਧਰਮ ਅਪਣਾਉਣਾ ਹੈ। ਉਹ ਗੁਣ ਵੀ ਨਹੀਂ ਆਉਣੇ, ਔਗਣ ਹੀ ਰਹਿ ਜਾਣੇ ਆ। ਕਿਹੜੇ ਔਗਣ? ਧੜਿਆਂ ਦੇ, ਵੈਰ ਦੇ, ਵਿਰੋਧ ਦੇ, ਕਿਸੇ ਦੀ ਨਾ ਸੁਣਨ ਦੇ, ਸਿਰਫ ਆਪਣੀ ਸੁਣਾਉਣ ਦੇ। ਅਗਿਆਨੀ ਨੂੰ ਗਿਆਨ ਸੁਣਾਈਏ, ਉਹ ਸੁਣਨਾ ਨਹੀਂ ਚਾਹੁੰਦਾ। ਗਿਆਨੀ ਜਦੋਂ ਗਿਆਨ ਸੁਣਾਉਂਦਾ ਹੈ, ਉਹ ਸਿਰਫ ਸੁਣਾਉਣਾ ਹੀ ਚਾਹੁੰਦਾ ਹੈ। ਇਹ ਦੋਨੋਂ ਹੀ ਕਾਲ ਦੇ ਪੁਰਸ਼ ਨੇ। ਗਿਆਨੀ ਨੂੰ ਗਿਆਨ ਇੰਨਾ ਵੀ ਉਹ ਸੁਣਨਾ ਨਹੀਂ ਚਾਹੁੰਦਾ, ਅਗਿਆਨੀ ਨੂੰ ਅਗਿਆਨ ਇੰਨਾ ਵੀ ਉਹ ਵੀ ਨਹੀਂ ਸੁਣਨਾ ਚਾਹੁੰਦਾ। ਦੋਨੋਂ ਹਉਮੈ ਦੇ ਰੱਤੇ ਨੇ। ਪ੍ਰਚਾਰਕ ਇਸ ਕਰਕੇ ਨਹੀਂ ਸੁਣਨਾ ਚਾਹੁੰਦਾ, ਉਹਨੂੰ ਗਿਆਨ ਬਹੁਤ ਜ਼ਿਆਦਾ ਹੋ ਗਿਆ। ਤੇ ਜਿਹੜਾ ਪ੍ਰਚਾਰ ਤੋਂ ਰਹਿਤ ਧਾਤ ਦੇ ਰਸਤੇ ਤੇ ਆ, ਉਹ ਇਸ ਕਰਕੇ ਨਹੀਂ ਸੁਣਨਾ ਚਾਹੁੰਦਾ ਵੀ ਉਹਨੂੰ ਉਹ ਸਮਝਦਾ ਹੀ ਨਹੀਂ ਵੀ ਮੈਨੂੰ ਗਿਆਨ ਦੀ ਜ਼ਰੂਰਤ ਹੈ। ਹੁਣ ਗਿਆਨੀ ਅਗਿਆਨੀ ਦੋਨੋਂ ਹੀ ਕਾਲ ਨੇ ਫਸਾਏ ਹੋਏ ਨੇ। ਇੱਕ ਨੂੰ ਗਿਆਨ ਦੇ ਕੇ ਫਸਾ ਦਿੱਤਾ ਹੈ, ਇੱਕ ਨੂੰ ਇਹ ਕਹਿ ਦਿੱਤਾ ਵੀ ਤੈਨੂੰ ਤਾਂ ਲੋੜ ਹੀ ਨਹੀਂ ਗਿਆਨ ਲੈਣ ਦੀ। ਫਿਰ ਜਾਵੇ ਕਿੱਥੇ ਗੁਰੂ? ਤਾਂ ਮਹਾਰਾਜ ਨੇ ਕਿਹਾ ਵੀ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ। ਜਿੰਨੀ ਦੇਰ ਤੱਕ ਸ਼ਬਦ ਦੇ ਵਿੱਚ ਨਹੀਂ ਅਸੀਂ ਸਮਾਉਂਦੇ, ਸਾਨੂੰ ਜੋਗ ਦਾ ਭੇਤ ਨਹੀਂ ਆਉਣਾ, ਗਿਆਨ ਵੀ ਨਹੀਂ ਅਸੀਂ ਸਮਝ ਸਕਦੇ। ਗਿਆਨ ਅੱਖਰਾਂ ਦਾ ਆਰਾ ਜਦੋਂ ਅਸੀਂ ਸਮਝਦੇ ਹਾਂ, ਗਿਆਨ ਅਸੀਂ ਜਦੋਂ ਭਾਸ਼ਾ ਦੁਆਰਾ ਸਮਝਦੇ ਹਾਂ, ਉਸ ਦੇ ਅਰਥ ਅਨਰਥ ਹੋ ਜਾਂਦੇ ਆ। ਜਦੋਂ ਗਿਆਨ ਅਸੀਂ ਪ੍ਰੈਕਟੀਕਲ ਸ਼ਬਦ ਦੇ ਵਿੱਚ ਧਿਆਨ ਧਰਾਂਗੇ, ਫਿਰ ਉਹ ਅਸਲ ਮਾਇਨਿਆਂ ਵਿੱਚ ਸਾਨੂੰ ਸ਼ਬਦ ਦਾ ਜਿਹੜਾ ਅਸਲੀ ਮਨੋਰਥ ਦੱਸਦਾ ਹੈ। ਹੁਣ ਮਨ ਜਿਹੜਾ ਉਹ ਇਸ ਕਾਇਆ ਦੇ ਵਿੱਚ ਰਾਜਾ ਹੈ। ਇਹਦੇ ਸਵਾਸਾਂ ਦਾ ਧਨ ਜਿਹੜੇ ਆ ਉਹ 5 ਲੁੱਟਦੇ ਪਏ ਆ। ਦੇਹੀ ਦੇ ਨਾਲ ਪਿਆਰ ਪਵਾ ਦਿੱਤਾ ਹੈ। ਵਿਚਾਰ ਹੀ ਐਸੇ ਸੂਖਮ ਆਉਂਦੇ ਆ। ਦੇਹੀ ਦੇ ਨਾਲ ਪਿਆਰ ਪੈ ਗਿਆ, ਸੂਖਮ ਵਿਚਾਰ ਆਈ ਜਾਂਦੇ ਆ। ਅੰਦਰ ਕਾਮ ਇੰਨਾ ਵੱਧ ਗਿਆ ਹੈ, ਕਾਮ ਵਿੱਚ ਅਸੀਂ ਪੈ ਕੇ ਨਾ ਰਿਸ਼ਤੇ ਨੂੰ ਸਮਝਦੇ ਹਾਂ, ਨਾ ਕਿਸੇ ਰੂਪ ਨੂੰ ਸਮਝਦੇ ਹਾਂ। ਕ੍ਰੋਧ ਇੰਨਾ ਵੱਧ ਗਿਆ ਹੈ, ਨਾ ਅਸੀਂ ਕਿਸੇ ਦੀ ਆਦਰ ਸਮਝਦੇ ਹਾਂ, ਨਾ ਅਸੀਂ ਕਿਸੇ ਰਿਸ਼ਤੇ ਦੀ ਅਹਿਮੀਅਤ ਸਮਝਦੇ ਹਾਂ। ਹੁਣ ਇਹ ਤੁਹਾਡਾ ਇਕੱਲਾ ਗਿਆਨ ਸੁਣ ਕੇ, ਕਥਾ ਸੁਣ ਕੇ ਨਹੀਂ ਇਹ ਚੀਜ਼ਾਂ ਖਤਮ ਹੋਣੀਆਂ।
ਇਹ ਖਤਮ ਹੋਣਗੇ ਜਦੋਂ ਤੁਸੀਂ ਆਪ ਅਨਾਹਦ ਸ਼ਬਦ ਦੇ ਵਿੱਚ ਸਮਾਓਗੇ। ਅਨਾਹਦ ਸ਼ਬਦ ਦੇ ਵਿੱਚੋਂ ਅੰਮ੍ਰਿਤ ਆਏਗਾ। ਅੰਮ੍ਰਿਤ ਨੂੰ ਲੈ ਲੈ ਕੇ ਮਨ ਨੂੰ ਸਿੰਚ ਲਓਗੇ, ਫਿਰ ਤੁਹਾਡਾ ਮਨ ਪੰਜਾਂ ਦੇ ਬਰਾਬਰ, ਪੰਜਾਂ ਦੇ ਅੰਗੇਸਟ ਖੜਨਾ ਸ਼ੁਰੂ ਹੋ ਜਾਏਗਾ, ਉਹਨਾਂ ਨੂੰ ਟੱਕਰ ਦੇਗਾ। ਨਹੀਂ ਤਾਂ ਇਹ ਪੰਜ ਕਹਿੰਦੇ ਆ ਵੀ ਇਹ ਮਾਇਆ ਦਾ ਘਰ ਸਾਡਾ ਹੈ, ਇਹਦੇ ਵਿੱਚ ਰਾਜ ਸਾਡਾ ਹੈ, ਤੂੰ ਬਗਾਨੇ ਦੇਸ਼ ਤੋਂ ਆਇਆ ਹੈ ਤੇ ਤੂੰ ਸਾਡੇ ਘਰ ਵਿੱਚ ਤਬਦੀਲੀ ਕਰਨੀ ਚਾਹੁੰਦਾ, ਅਸੀਂ ਕਰਨ ਨਹੀਂ ਦੇਣੀ ਤੈਨੂੰ। ਹੁਣ ਮਨ ਕਹਿੰਦਾ ਮੈਂ ਵੀ ਇਸੇ ਘਰ ਦੇ ਵਿੱਚ ਖੇਡਣਾ। ਇਹ ਤੁਹਾਡਾ ਤਾਂ ਕੱਚਾ ਰਾਜ ਹੈ, ਇੱਥੇ ਹਉਮੈ ਦੇ ਵਿੱਚ ਲਿਪਟੋ ਤੁਸੀਂ, ਤੇ ਇੱਥੇ ਦਾ ਖੇਲ ਹੀ ਹਉਮੈ ਦੁਆਰਾ ਚੱਲਦਾ। ਮੈਂ ਹਉਮੈ ਵਿੱਚ ਖੇਡ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਫਿਰ ਫੈਸਲਾ ਕਿਵੇਂ ਹੋਵੇ? ਪੰਜ ਆਪ ਦਾ ਘਰ ਨਹੀਂ ਛੱਡਣਾ ਚਾਹੁੰਦੇ ਮਾਇਆ ਦਾ, ਉਹਨਾਂ ਦਾ ਖੇਲ ਹੀ ਜਿਹੜਾ ਹੈ ਹਉਮੈ ਦੁਆਰਾ ਚੱਲਦਾ ਪਿਆ। ਮਨ ਜਿਹੜਾ ਹੈ ਉਹ ਹਉਮੈ ਵਿੱਚ ਲਿਪਤ ਹੋ ਕੇ ਚੱਲ ਨਹੀਂ ਸਕਦਾ, ਕਿਉਂਕਿ ਮਨ ਨਾਮ ਦੇ ਵਿੱਚ ਸਮਾਇਆ ਹੋਇਆ ਪੁਰਸ਼ ਹੈ। ਤਾਂ ਫਿਰ ਖੇਲ ਕਿਵੇਂ ਚੱਲੇ? ਤਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਫਿਰ ਬਚਨ ਕਰਦੇ ਆ, ਮਨ ਜਦੋਂ ਸੱਚ ਦੇ ਸਨਮੁਖ ਹੋ ਕੇ ਪੇਸ਼ ਹੋ ਕੇ ਆਪ ਦੀ ਇਹ ਵਿਚਾਰ ਦੱਸਦਾ ਹੈ, ਤਾਂ ਮਹਾਰਾਜ ਕਹਿੰਦੇ ਪ੍ਰਭ ਹੱਸ ਬੋਲ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਫਿਰ ਮਹਾਰਾਜ ਬੜੇ ਖੁਸ਼ ਹੁੰਦੇ ਆ ਵੀ ਮਨ ਨੇ ਆਪ ਦੀ ਡਿਊਟੀ ਸਮਝੀ ਆ। ਉਹ ਕਹਿੰਦੇ ਆ ਵੀ ਇਹ ਸਾਰਾ ਕਰਮ ਦਾ ਦੇਸ਼ ਇਹਨਾਂ ਨੂੰ ਦਿੱਤਾ ਹੈ, ਆਪਾਂ ਰਾਜ ਆਪ ਦੀ ਮਰਜ਼ੀ ਨਾਲ ਇਹਨਾਂ ਨੂੰ ਦਿੱਤਾ ਹੈ, ਇਹਨਾਂ ਨੂੰ ਕਰਮ ਕਰਨ ਦਿਓ। ਤੁਸੀਂ ਬਸ ਸਹਿਜ ਦੇ ਵਿੱਚ ਆਪ ਦੇ ਘਰ ਦੇ ਵਿੱਚ ਬੈਠ ਕੇ ਇਹਨਾਂ ਦਾ ਕਰਮ ਦੇਖੋ। ਜੇਕਰ ਇਹ ਕਿਤੇ ਹੁਕਮ ਤੋਂ ਬਾਹਰ ਚੱਲਦੇ ਆ ਤਾਂ ਤੁਸੀਂ ਇਹਨਾਂ ਨੂੰ ਕੰਟਰੋਲ ਕਰਨਾ ਹੈ। ਇਹ ਕਾਇਆ ਰੂਪੀ ਖੇਤ ਸਰੀਰ, ਜਿਸ ਦੇ ਵਿੱਚ ਹਜ਼ਾਰਾਂ ਹੀ ਛੋਟੇ ਛੋਟੇ ਸੈੱਲ ਜੂਨਾਂ ਵਸਦੀਆਂ ਪਈਆਂ, ਇਹਨਾਂ ਨੂੰ ਅੰਮ੍ਰਿਤ ਰਸ, ਇਹਨਾਂ ਦੀ ਪਾਲਣਾ ਤੁਸੀਂ ਕਰਨੀ ਹੈ। ਸਮੇਂ ਸਮੇਂ 'ਤੇ ਜਲ, ਸਮੇਂ ਸਮੇਂ 'ਤੇ ਹਵਾ ਦਾ, ਸਮੇਂ ਸਮੇਂ 'ਤੇ ਗਰਮੈਸ਼ ਦਾ ਪ੍ਰਬੰਧ ਸਰੀਰ ਵਿੱਚ ਤੁਸੀਂ ਕਰਨਾ ਹੈ। ਪਰ ਇਹ ਸਾਰਾ ਕਰਨਗੇ ਪੰਜ ਦੂਤ ਹੀ, ਕਾਲ ਹੀ। ਤੁਸੀਂ ਇਹਨਾਂ ਦੇ ਉੱਪਰ ਰਹਿ ਕੇ ਰਾਜ ਕਰਨਾ ਹੈ। ਇਹਨਾਂ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ। ਇਹਨਾਂ ਦਾ ਜਿਹੜਾ ਦਿੱਤਾ ਹੋਇਆ ਇਹਨਾਂ ਦਾ ਧਨ ਹੈ, ਦ੍ਰਿਸ਼ਟਮਾਨ ਧਨ ਹੈ, ਇਹਦੇ ਉੱਤੇ ਆਪ ਦਾ ਹੱਕ ਨਹੀਂ ਜਮਾਉਣਾ, ਕਿਉਂਕਿ ਆਪਾਂ ਤਾਂ ਸਿਰਫ ਇੱਕ ਖੇਡਣ ਆਏ ਹਾਂ। ਇਸ ਕਾਇਆ ਦੇ ਸਰੀਰ ਦੇ ਵਿੱਚ ਰਾਜ ਕਰਨਾ ਆ, ਆਪਾਂ ਸੱਚ ਨਾਮ ਦਾ ਵਪਾਰ ਕਰਨਾ ਆ, ਆਪਾਂ ਸਿਰਫ ਇਹਨਾਂ ਤੋਂ ਨੌਕਰ ਬਣਾ ਕੇ ਕੰਮ ਲੈਣਾ ਹੈ। ਹੁਣ ਜਦੋਂ ਅਸੀਂ ਸੁਬਾਹ ਆਪ ਦਾ ਕਾਰਜ ਕਰਨਾ ਸ਼ੁਰੂ ਕਰਦੇ ਹਾਂ, ਸਾਨੂੰ ਵਿਚਾਰ ਆਉਣੇ ਸ਼ੁਰੂ ਹੁੰਦੇ ਆ। ਅਸੀਂ ਨਾਮ ਦੇ ਵਿੱਚ ਸਮਾ ਕੇ ਉਹਨੇ ਕੀ ਵਿਚਾਰ ਲੈਣੇ ਆ ਜਿੰਨੇ ਕੁ ਸਾਨੂੰ ਕਰਮ ਕਰਨ ਦੇ ਲਈ ਲੋੜ ਆ। ਜੇਕਰ ਸਾਨੂੰ ਲੱਗੇ ਕਿ ਕਾਲ ਦੇ ਇੱਥੇ ਸਰੀਰ ਦੇ ਵਿੱਚ ਖੇਡਦੇ ਆ, ਵਿਚਾਰਾਂ ਦਾ ਦਬਾਅ ਵਧਣ ਲੱਗਾ ਹੈ, ਪੰਜ ਸਾਨੂੰ ਘੇਰਾ ਪਾਉਣ ਲੱਗੇ ਆ, ਆਪਾਂ ਨਾਲੋਂ ਨਾਲ ਹੀ ਆਪ ਦੀ ਸੁਰਤੀ ਨੂੰ ਇੱਕ ਚਿੱਤ ਕਰਕੇ ਇਸ ਸਰੀਰ ਨੂੰ ਛੱਡ ਜਾਣਾ ਹੁੰਦਾ ਹੈ, ਪਵਨ ਤੋਂ ਵੱਖ ਹੋ ਜਾਣਾ ਹੁੰਦਾ ਹੈ। ਆਪਾਂ ਨਾਮ ਦੇ ਵਿੱਚ ਧਿਆਨ ਲਾ ਲੈਣਾ ਹੁੰਦਾ ਹੈ, ਸਾਹਮਣੇ ਅਗੰਮ ਦੇ ਵਿੱਚ ਧਿਆਨ ਲਾ ਲੈਣਾ ਹੁੰਦਾ ਹੈ, ਵਿਚਾਰਾਂ ਤੋਂ ਪਾਸੇ ਹਟ ਜਾਣਾ। ਹੁਣ ਵਿਚਾਰਾਂ ਦੀ ਉਲਝਣ ਆ, ਜੇ ਵਿਚਾਰ ਹੀ ਨਹੀਂ ਸਾਨੂੰ ਆਏਗਾ ਤੇ ਪੰਜ ਸਾਨੂੰ ਕਿਵੇਂ ਫਸਾਉਣਗੇ? ਇਹ ਸਾਨੂੰ ਵਿਚਾਰ ਦੇਣਗੇ, ਕੂੜ ਦੀ ਦੀਵਾਰ ਸਾਡੇ ਉੱਪਰ ਖੜੀ ਕਰਨਗੇ। ਅਸੀਂ ਨਾਮ ਦੇ ਵਿੱਚ ਧਿਆਨ ਧਰ ਕੇ ਇਹਨਾਂ ਤੋਂ ਵੱਖ ਹੋ ਜਾਵਾਂਗੇ। ਇਸੇ ਤਰੀਕੇ ਹੀ ਅਸੀਂ ਸੁਖੀ ਹੋ ਸਕਦੇ ਹਾਂ। ਤੇ ਜੇ ਜਿਵੇਂ ਵਿਚਾਰ ਆਉਂਦੇ ਆ ਉਹਨਾਂ ਦੇ ਵਿੱਚ ਅਸੀਂ ਉਲਝ ਜਾਵਾਂਗੇ ਤਾਂ ਫਿਰ ਅਸੀਂ ਸੁਖੀ ਨਹੀਂ ਹੋਵਾਂਗੇ। ਹੁਣ ਇਹ ਖੇਲ ਤੁਸੀਂ ਸੁਣ ਲਈ, ਮੈਂ ਬਿਆਨ ਤੁਹਾਨੂੰ ਕਰ ਦਿੱਤੀ,
ਪਰ ਇਸ ਖੇਲ ਨੂੰ ਕਮਾਉਣਾ ਤੁਸੀਂ ਵੀ ਹੈ ਤੇ ਮੈਂ ਵੀ ਹੈ। ਮੈਂ ਬਿਆਨ ਕਰ ਦਿੱਤੀ, ਮੈਂ ਕਹਾਂ ਵੀ ਮੈਂ ਤਾਂ ਸੁਣਾਤੀ ਖੇਲ, ਇੱਥੋਂ ਤੱਕ ਹੀ ਹੈ। ਤੁਸੀਂ ਖੇਲ ਨੂੰ ਸੁਣ ਲਿਆ ਵੀ ਅਸੀਂ ਤਾਂ ਗਿਆਨ ਸੁਣ ਲਿਆ, ਇੱਥੋਂ ਤੱਕ ਹੀ ਹੈ। ਆਪਾਂ ਦੋਨੋਂ ਹੀ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਨਹੀਂ ਸਕਾਂਗੇ, ਕਿਉਂਕਿ ਗਿਆਨ ਦਾ ਕਥਨ ਕਰਨਾ ਜਾਂ ਗਿਆਨ ਨੂੰ ਸਿਰਫ ਸੁਣਨਾ ਇਹ ਇੱਕ ਦੁਨਿਆਵੀ ਕਾਰ ਹੈ, ਸਤੋਗੁਣੀ ਕਾਰ ਹੈ। ਮੇਰੇ ਮਨ ਨੂੰ ਅਕਾਲ ਪੁਰਖ ਨੇ ਇਹ ਗਿਆਨ ਸਮਝਾ ਦਿੱਤਾ ਹੈ। ਮੈਂ ਤੁਹਾਨੂੰ ਦੱਸਣ ਦੇ ਨਾਲ, ਇਹ ਡਿਊਟੀ ਕਰਨ ਦੇ ਨਾਲ ਸ਼ਬਦ ਵਿੱਚ ਤੇ ਸੱਚ ਵਿੱਚ ਧਿਆਨ ਰੱਖਣਾ ਹੈ। ਤੁਹਾਡੇ ਉੱਤੇ ਸਤਿਗੁਰ ਨੇ ਕਿਰਪਾ ਕੀਤੀ, ਤੁਹਾਨੂੰ ਇਹ ਗਿਆਨ ਸਮਝਾ ਦਿੱਤਾ ਹੈ। ਤੁਸੀਂ ਸੁਣਨ ਦੇ ਨਾਲ, ਸਮਝਣ ਦੇ ਨਾਲ ਸੱਚ ਅਤੇ ਨਾਮ ਉੱਤੇ ਧਿਆਨ ਪ੍ਰਪੱਖ ਕਰਨਾ ਸਿੱਖਣਾ ਹੈ, ਫਿਰ ਆਪਾਂ ਪਾਰ ਹੋ ਸਕਦੇ ਹਾਂ। ਜੇ ਮੇਰੇ ਵਿੱਚ ਗਿਆਨ ਦੀ ਹਉਮੈ ਆ ਜਾਂਦੀ ਏ, ਜਾਂ ਤੁਸੀਂ ਗਿਆਨ ਨੂੰ ਸੁਣ ਕੇ ਕਮਾਉਣਾ ਨਹੀਂ ਚਾਹੁੰਦੇ, ਹਉਮੈ ਵਾਸੀ ਜਾਂ ਲੋਕ ਲੱਜਾ ਪੈ ਕੇ, ਫਿਰ ਆਪਾਂ ਜਨਮ ਮਰਨ ਦੇ ਵਿੱਚੋਂ ਨਹੀਂ ਨਿਕਲ ਸਕਦੇ। ਕਿਉਂਕਿ ਗਿਆਨ ਕਰਨ ਤੋਂ ਬਾਅਦ ਵੀ ਆਪਾਂ ਗਿਆਨ ਨੂੰ ਛੱਡਣਾ ਹੈ। ਜਦੋਂ ਅਸੀਂ ਪ੍ਰਚਾਰ ਕਰਨਾ ਹੈ, ਕਥਾ ਕਰਨੀ ਹੈ ਨਾ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰ ਸਾਡੇ ਮੁਖ ਤੇ ਬੋਲਦੇ ਆ, ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ ਆ, ਸਾਡੇ ਮੁਖ ਦੇ ਰਾਹੀਂ ਲੁਕਾਈ ਵਿੱਚ ਬਖਸ਼ਿਸ਼ ਕਰ ਰਹੇ ਆ। ਪਰ ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਮੈਂ ਸ਼ਬਦ ਨਹੀਂ ਸੁਣਨਾ, ਸਿਰਫ ਤੁਸੀਂ ਸੁਣਨਾ। ਹਾਂ, ਜਿੰਨੀ ਮੇਰੀ ਅਵਸਥਾ, ਜਿੱਥੋਂ ਤੱਕ ਸਤਿਗੁਰ ਨੇ ਬਖਸ਼ੀ ਆ ਮੈਨੂੰ, ਮੈਂ ਉਸ ਅਵਸਥਾ ਦੇ ਮੁਤਾਬਕ ਸੱਚ ਨੂੰ ਪ੍ਰਪੱਖ ਕਰਨਾ ਹੈ। ਤੁਹਾਨੂੰ ਜਿੰਨੀ ਸਮਝ ਆ ਗਈ ਹੈ, ਸੱਚ ਨੂੰ ਪ੍ਰਪੱਖ ਕਰਨਾ ਹੈ। ਆਪਣੇ ਦੋਨਾਂ ਦਾ ਹੀ ਮਨੋਰਥ ਗੁਰ ਚੇਲੇ ਕੀ ਸੰਧ ਮਿਲਾਈ, ਇਹੀ ਹੈ। ਸੱਚ ਤੇ ਨਾਮ ਦੇ ਨਾਲ ਪਿਆਰ ਇਸ ਕਰਕੇ ਨਹੀਂ ਸਾਡਾ ਪੈਂਦਾ ਕਿਉਂਕਿ ਅਸੀਂ ਸਾਖੀਆਂ ਬਹੁਤ ਸੁਣੀਆਂ ਨੇ, ਭਾਸ਼ਾ ਦੇ ਗਿਆਨ, ਦੁਨਿਆਵੀ ਕਾਰਜ ਬਹੁਤ ਕੀਤੇ ਨੇ, ਨੇਮ ਸੁੱਚ ਸੰਜਮ ਸਾਨੂੰ ਪ੍ਰਪੱਖ ਹੋ ਗਿਆ, ਸਾਡਾ ਮਨ ਉੱਧਰ ਜਾਂਦਾ ਹੀ ਨਹੀਂਗਾ। ਜੋ ਅਸਲ ਨਰੋਲ ਅਨਾਹਦ ਬਾਣੀ ਦਾ, ਗਿਆਨ ਤੋਂ ਪਰੇ ਦਾ ਜੋ ਖੇਲ ਹੈ, ਉੱਧਰ ਸਾਡਾ ਮਨ ਘਰ ਹੀ ਨਹੀਂ ਕਰਦਾ। ਕਿਉਂ? ਅਸੀਂ ਕੂੜ ਦਾ ਗਿਆਨ ਇੰਨਾ ਪ੍ਰਪੱਖ ਕੀਤਾ ਹੋਇਆ, ਦੁਬਦਾ ਦਾ ਗਿਆਨ ਇੰਨਾ ਪ੍ਰਪੱਖ ਕੀਤਾ ਹੋਇਆ। ਇਸ ਕਰਕੇ ਅਸੀਂ ਗੁਰਮੰਤਰ ਦਾ ਸਹਾਰਾ ਲੈਣਾ ਹੈ। ਵਾਹਿਗੁਰੂ ਗੁਰਮੰਤਰ ਦੁਆਰਾ ਅਸੀਂ ਸੁਰਤੀ ਨੂੰ ਘੜਨਾ ਹੈ। ਵਾਰ-ਵਾਰ ਅਸੀਂ ਤਾਂ ਜਾਪ ਕਰਦੇ ਹਾਂ ਕਿ ਸਾਡਾ ਮਨ ਇਸ ਕਥਾ ਦੇ ਗਿਆਨ ਨੂੰ ਸੁਣ ਕੇ ਮੰਨ ਜਾਵੇ ਔਰ ਅਸੀਂ ਮਾਲਕ ਦੇ ਦਰ ਦੇ ਉੱਪਰ ਪ੍ਰਵਾਨ ਹੋ ਜਾਈਏ। ਸਾਡਾ ਮਨ ਇਸ ਅਨਾਹਦ ਬਾਣੀ ਨੂੰ ਸੁਣਨਾ ਸਿੱਖ ਜਾਵੇ। ਜਦੋਂ ਸੁਣਨਾ ਸਿੱਖ ਗਿਆ ਤੇ ਪਿਆਰ ਵੀ ਪੈ ਜਾਊਗਾ। ਸਾਡਾ ਮਨ ਇਸ ਸ਼ਬਦ ਦੀ ਖੇਲ ਨੂੰ ਪ੍ਰਪੱਖ ਕਰਨਾ ਸਿੱਖ ਜਾਵੇ, ਕਿਉਂਕਿ ਜਦੋਂ ਸੁਣਨਾ ਸਿੱਖ ਜਾਏਗਾ, ਪ੍ਰਪੱਖ ਕਰਨਾ ਸਿੱਖ ਜਾਏਗਾ, ਆਪਣੇ ਆਪ ਹੀ ਇਹਨੂੰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਏਗਾ ਇਸ ਮਨ ਨੂੰ। ਕਿਉਂਕਿ ਆਪਾਂ ਜੇਕਰ ਜਿਸ ਘਰ ਦੇ ਵਿੱਚ, ਜਿਸ ਕਮਰੇ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਆਪਾਂ ਉਸ ਕਮਰੇ ਦੇ ਵਿੱਚ ਚਲੇ ਜਾਈਏ ਤੇ ਆਪਣੇ ਆਪ ਸਰੀਰ ਤਾਂ ਸਾਡਾ ਗਿੱਲਾ ਹੋ ਜਾਣਾ। 10ਵੇਂ ਘਰ ਦੇ ਵਿੱਚ ਹੋ ਹੀ ਅੰਮ੍ਰਿਤ ਵਰਖਾ ਰਹੀ ਹੈ, ਉੱਥੇ ਹੈ ਹੀ ਮਿਠਾਸ ਹੀ ਮਿਠਾਸ। ਤੇ ਜੇ 10ਵੇਂ ਘਰ ਦੇ ਵਿੱਚ ਮਨ ਚਲਾ ਗਿਆ, ਉਹਦੇ ਉੱਤੇ ਅੰਮ੍ਰਿਤ ਆਪਣੇ ਆਪ ਹੀ ਪੈ ਜਾਣਾ। ਬਾਹਰ ਬਾਰਿਸ਼ ਹੋ ਰਹੀ ਹੈ, ਲਓ ਆਪਾਂ ਅੰਦਰ ਬੈਠੇ ਹਾਂ, ਤੇ ਜੇ ਅੰਦਰੋਂ ਬਾਹਰ ਨਿਕਲਾਂਗੇ, ਜਿੱਥੇ ਬਰਸਾਤ ਪੈ ਰਹੀ ਹੈ ਉੱਥੇ ਜਾਵਾਂਗੇ, ਸਰੀਰ ਤਾਂ ਗਿੱਲਾ ਹੋਵੇਗਾ ਹੀ, ਬਾਰਿਸ਼ ਵਿੱਚ ਸਰੀਰ ਹੀ ਗਿੱਲਾ ਹੋਣਾ, ਹੋਰ ਕੀ ਹੋਣਾ। ਇਸੇ ਕਰਕੇ 10ਵੇਂ ਘਰ ਦੇ ਵਿੱਚ ਜਦੋਂ ਸਾਡੀ ਸੁਰਤੀ ਚਲੀ ਗਈ ਤੇ ਅੰਮ੍ਰਿਤ ਤਾਂ ਆਉਣਾ ਹੀ ਆਉਣਾ, ਉੱਥੇ ਚੱਲ ਹੀ ਅੰਮ੍ਰਿਤ ਰਿਹਾ। ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਜਦੋਂ ਉਸ ਘਰ ਦੇ ਵਿੱਚ ਜਾ ਕੇ ਆਸਣ ਲੱਗੇਗਾ, ਅਨਾਹਦ ਬਾਣੀ ਤੇ ਤਨਕਾਰ ਸ਼ਬਦਾਂ ਦੀ ਪੈਣੀ ਹੈ ਵੀ ਉੱਥੇ ਚੱਲ ਹੀ ਰਹੇ ਨੇ, ਅਲੱਗ ਤੋਂ ਤਾਂ ਨਹੀਂ ਨਾ ਪ੍ਰਗਟ ਹੋਣੇ। ਜਦੋਂ ਉੱਥੇ ਅੰਤਰਗਤ ਚਲੇ ਗਏ, ਮਨ ਨੂੰ ਸੁੱਖ ਸ਼ਾਂਤੀ ਆਉਣੀ ਹੈ, ਕਿਉਂਕਿ ਉੱਥੇ ਆਉਣੀ ਹੈ, ਮਨ ਹੈ ਹੀ ਉੱਥੇ ਆਨੰਦ।
ਇਹ ਫਰਕ ਇੱਥੇ ਹੈ ਵੀ ਆਪਣੀ ਸੁਰਤੀ ਉਸ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀ, ਇਸ ਕਰਕੇ ਨਾ ਤਾਂ ਧੁਨਕਾਰ ਸੁਣਦੀ ਹੈ। ਸਾਡੀ ਸੁਰਤੀ ਉਸ ਘਰ ਦਰ ਤੇ ਜਾ ਕੇ ਬਹਿੰਦੀ ਨਹੀਂ, ਇਸੇ ਕਰਕੇ ਅੰਮ੍ਰਿਤ ਵੀ ਨਹੀਂ ਆਉਂਦਾ। ਆਹ ਖੇਡ ਹੁਣ ਅਸੀਂ ਵਾਰ-ਵਾਰ ਪ੍ਰਪੱਖ ਇਸ ਕਰਕੇ ਕਰਾਉਂਦੇ ਹਾਂ ਤੇ ਕਰਦੇ ਹਾਂ ਵੀ ਸੁਰਤੀ ਸਹਿਜ ਹੁੰਦੀ 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 ਬਿਲਕੁਲ ਉਸ ਘਰ ਦੇ ਵਿੱਚ ਜਾ ਕੇ ਸਮਾਵੇ, ਔਰ ਇੱਕ ਵਾਰ 'ਚ ਨਹੀਂ ਸਮਾ ਸਕਦੀ, ਕਿਉਂਕਿ ਇੰਨਾ ਭਾਰ, ਇੰਨੇ ਕਿਲ ਵੇਖਿਆ, ਹਰ ਇੱਕ ਰੋਮ ਦੇ ਨਾਲ ਸਾਡਾ ਪਿਆਰ ਪਿਆ ਹੋਇਆ ਹੈ ਤੇ ਹਰ ਇੱਕ ਰੋਮ ਨੂੰ ਛੱਡ ਕੇ ਹੀ 10ਵੇਂ ਘਰ 'ਚ ਵਾਸ ਮਿਲਣਾ। ਜਿਵੇਂ ਆਪਾਂ ਜਵਾਕ ਆ ਚਵਿੰਗਮ ਖਾ ਲੈਂਦੇ ਆ ਨਾ, ਚਵਿੰਗਮ ਖਾ ਕੇ ਉਹ ਚਵਿੰਗਮ ਨੂੰ ਕਿਸੇ ਵੀ ਕੁਰਸੀ ਨਾਲ, ਟੇਬਲ ਦੇ ਨਾਲ ਬੱਚੇ ਜਿਹੜੇ ਆ ਚਿਪਕੇ ਦਿੰਦੇ ਆ, ਉਹਨੂੰ ਡਸਟਬਿਨ 'ਚ ਨਹੀਂ ਸੁੱਟਦੇ। ਹੁਣ ਉਹਨੂੰ ਤੁਸੀਂ ਪੁੱਟਣ ਲੱਗਦੇ ਹੋ, ਉਹ ਲੰਬੀ ਹੁੰਦੀ ਜਾਂਦੀ ਆ, ਫੈਲਦੀ ਜਾਂਦੀ ਆ, ਹੱਥਾਂ ਨੂੰ ਚਿਪਕਦੀ ਆ। ਜਿੰਨੀ ਦੇਰ ਤੱਕ ਪੂਰੀ ਉਹ ਪੁੱਟ ਕੇ ਤੁਸੀਂ ਹੱਥਾਂ ਦੇ ਵਿੱਚ ਲੈ ਕੇ ਉਹਨੂੰ ਡਸਟਬਿਨ 'ਚ ਨਹੀਂ ਸੁੱਟਦੇ, ਸਾਫ਼ ਨਹੀਂ ਹੁੰਦਾ, ਨਿਸ਼ਾਨ ਛੱਡ ਦਿੰਦੀ ਆ ਉਹ। ਇਸ ਤਰ੍ਹਾਂ ਚਵਿੰਗਮ ਤਰ੍ਹਾਂ ਸਾਡੀ ਸੁਰਤੀ ਹੋਈ ਪਈ ਆ। ਸਰੀਰ 'ਚੋਂ ਕੱਢਣਾ ਚਾਹੁੰਦੇ ਹੋ, ਕਦੇ ਕਿਸੇ ਪਾਸੇ ਚਿਪਕ ਜਾਂਦੀ ਹੈ, ਕਦੇ ਕਿਸੇ ਪਾਸੇ ਚਿਪਕ ਜਾਂਦੀ, ਅਤੇ ਇਹ ਰਸਤਾ ਬਹੁਤ ਸੂਖਮ ਹੈ। ਹੁਣ ਗਿਆਨ ਆਉਣਾ ਹੈ, ਬੜੀ ਸੂਖਮ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਬੜੀ ਸੂਖਮ ਅਵਸਥਾ ਦੇ ਵਿੱਚੋਂ ਗਿਆਨ ਆਉਣਾ, ਓਨੀ ਤਾਂ ਸੂਖਮ ਤੁਹਾਡੀ ਸੁਰਤੀ ਜਾਂਦੀ ਨਹੀਂ ਗੀ। ਹਜੇ ਤਾਂ ਸਿਰਫ ਆ ਕਥਾ ਸੁਣ ਕੇ, ਸਿਮਰਨ ਕਰਕੇ ਸਰੀਰਕ ਆਨੰਦ ਹੀ ਆ ਰਿਹਾ ਸਾਨੂੰ। ਸੁਰਤ ਦਾ ਆਨੰਦ ਹੌਲੀ ਹੌਲੀ ਤੁਸੀਂ ਅਨੁਭਵ ਕਰੋਗੇ। ਜਦੋਂ ਸੁਰਤੀ ਇਕੱਤਰ ਹੋ ਕੇ ਸਰੀਰ ਨੂੰ ਛੱਡ ਕੇ ਸਹਿਜ ਘਰ ਦੇ ਵਿੱਚ ਬੈਠਣਾ ਸਿੱਖ ਗਈ, ਅੰਮ੍ਰਿਤ ਹੀ ਅੰਮ੍ਰਿਤ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਖੁਸ਼ਬੂ ਹੀ ਖੁਸ਼ਬੂ ਹੈ, ਨਾਮ ਹੀ ਨਾਮ ਹੈ, ਸੱਚ ਹੀ ਸੱਚ ਹੈ, ਫਿਰ ਸਾਡੀ ਦ੍ਰਿਸ਼ਟੀ ਵੀ ਬਦਲ ਜਾਂਦੀ। ਜਿਵੇਂ ਅਸੀਂ ਆਮ ਪਿੰਡਾਂ ਸ਼ਹਿਰਾਂ ਵਿੱਚੋਂ ਨਿਕਲ ਕੇ ਕਿਸੇ ਵੱਡੇ ਇਲਾਕੇ ਵਿੱਚ, ਸ਼ਹਿਰ ਵਿੱਚ ਜਾ ਕੇ, ਵਿਦੇਸ਼ ਵਿੱਚ ਜਾ ਕੇ ਕਾਰੋਬਾਰ ਕਰ ਲਈਏ, ਘਰ ਪਾ ਲਈਏ, ਸਾਡਾ ਰਹਿਣ ਦਾ, ਬੋਲਣ ਚੱਲਣ ਦਾ, ਕੱਪੜੇ, ਖਾਣ ਪੀਣ ਦਾ ਢੰਗ ਬਦਲ ਜਾਂਦਾ ਹੈ। ਇਸੇ ਤਰੀਕੇ ਤੁਹਾਡੇ ਸਰੀਰ ਵਿੱਚ ਰਹਿੰਦਿਆਂ ਜਦੋਂ 9 ਦਰਵਾਜ਼ਿਆਂ ਨੂੰ, ਵਿਚਾਰਾਂ ਨੂੰ ਛੱਡ ਕੇ, ਹਉਮੈ ਫਿਕਰਾਂ ਸੰਸਿਆਂ ਨੂੰ ਛੱਡ ਕੇ ਤੁਸੀਂ 10ਵੇਂ ਘਰ ਦੇ ਵਿੱਚ ਰਹਿਣ ਦੇ ਆਦੀ ਹੋ ਜਾਓਗੇ, ਸਾਰੀ ਦ੍ਰਿਸ਼ਟੀ ਵੀ ਬਦਲ ਜਾਏਗੀ, ਬੋਲ ਬਚਨ ਵੀ ਬਦਲ ਜਾਣਗੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਉੱਥੇ ਚਲਾ ਜਾਏਗਾ ਮਨ। ਇੰਨੀ ਛੇਤੀ ਤਾਂ ਨਹੀਂ ਜਾਂਦਾ ਕਿਉਂਕਿ ਜੁਗ ਜੁਗ ਦੀ ਇਸ ਦੇਹੀ ਦੇ ਨਾਲ ਪਿਆਰ ਪਿਆ ਹੋਇਆ। ਤਾਂ ਹੀ ਬੋਲ ਬੋਲ ਕੇ ਗੁਰਮੰਤਰ ਕਰਨਾ ਵੀ ਜ਼ਰੂਰੀ ਆ, ਸਵਾਸ ਸਵਾਸ ਗੁਰਮੰਤਰ ਕਰਨਾ ਵੀ ਜ਼ਰੂਰੀ ਹੈ, ਲੰਬੀ ਲੰਬੀ ਆਵਾਜ਼ ਦੇ ਵਿੱਚ ਗੁਰਮੰਤਰ ਨੂੰ ਆਰਾਧਨਾ ਵੀ ਜ਼ਰੂਰੀ ਹੈ, ਸਵਾਸਾਂ ਨਾਲ ਸਿਮਰਨ ਕਰਨਾ ਵੀ ਜ਼ਰੂਰੀ ਹੈ, ਅਤੇ ਰੋਮ ਰੋਮ ਵੀ ਸਿਮਰਨ ਚੱਲਣਾ ਜ਼ਰੂਰੀ ਹੈ, ਤਾਂ ਕਿ ਸਿਮਰਨ ਦੁਆਰਾ ਹੀ ਸੁਰਤੀ ਨੂੰ ਸਹਿਜ ਦੇ ਵਿੱਚ ਲਿਜਾ ਕੇ ਅਸੀਂ ਸਰੀਰ ਤੋਂ ਵੱਖ ਕਰ ਸਕੀਏ। ਹੁਣ ਰੋਮ ਰੋਮ ਜਿਨ੍ਹਾਂ ਦੇ ਸਿਮਰਨ ਨਹੀਂ ਚੱਲਦਾ, ਉਹ ਸੁਰਤੀ ਦਿਲ ਦੀ ਧੜਕਣ ਤੋਂ ਅਲੱਗ ਨਹੀਂ ਹੁੰਦੀ। ਸਵਾਸ ਸਵਾਸ ਜਿੰਨਾ ਚਿਰ ਸਿਮਰਨ ਨਹੀਂ ਚੱਲਦਾ, ਮਨ ਆਪ ਦੇ ਸੂਖਮ ਆਕਾਰ ਤੋਂ ਅਲੱਗ ਨਹੀਂ ਹੁੰਦਾ, ਸੂਖਮ ਅਸਥੂਲ ਤੋਂ ਅਲੱਗ ਨਹੀਂ ਹੁੰਦਾ। ਬੋਲ ਬੋਲ ਕੇ ਸਵਾਸ ਗ੍ਰਾਸ ਜਿੰਨਾ ਚਿਰ ਸਿਮਰਨ ਨਹੀਂ ਕਰਦੇ, ਦੇਹੀ ਸਾਧੀ ਨਹੀਂ ਜਾਂਦੀ, ਬ੍ਰਹਮਗਨ ਪ੍ਰਗਟ ਨਹੀਂ ਹੁੰਦੀ। ਹਰ ਇੱਕ ਅਵਸਥਾ ਦਾ ਸਿਮਰਨ ਜ਼ਰੂਰੀ ਹੈ। ਇਸ ਕਰਕੇ ਪਹਿਲੀ ਸਟੇਜ 'ਤੇ ਤਾਂ ਅਸੀਂ ਸਿਮਰਨ ਨਹੀਂ ਕਰਨਾ, ਸਵਾਸ ਗ੍ਰਾਸ, ਸਵਾਸ ਸਵਾਸ, ਰੋਮ ਰੋਮ, ਆਰਾਧਨਾ, ਜਪਣਾ, ਧਿਆਉਣਾ। ਤੇ ਜਦੋਂ ਦੇਹੀ ਤੋਂ ਮਨ ਵੱਖ ਹੋਣ ਲੱਗ ਗਿਆ, ਧਿਆਨ ਆਪਣੇ ਆਪ ਹੀ ਸਹਿਜ ਸੁਭਾਏ ਲੱਗਣਾ ਫਿਰ ਸੌਖਾ ਹੋ ਜਾਂਦਾ ਹੈ। ਫਿਰ ਤਾਂ ਸਿਰਫ ਆਪਾਂ ਮਨ ਨੂੰ ਜਗਾਉਂਦੇ ਰਹਿਣਾ, ਧਿਆਨ ਆਪਣੇ ਆਪ ਹੀ ਲੱਗ ਜਾਂਦਾ ਹੈ ਅੱਗੇ ਦਰ 'ਤੇ ਜਾ ਕੇ। ਮਹਾਰਾਜ ਕਹਿੰਦੇ ਸੁਣੀਐ ਲੱਗੈ ਸਹਿਜ ਧਿਆਨ, ਸੁਣ ਸੁਣ ਕੇ ਆਪੇ ਹੀ ਸਹਿਜ ਦੇ ਵਿੱਚ ਧਿਆਨ ਲੱਗਦਾ ਜਾਂਦਾ ਹੈ। ਹੁਣ ਵੱਖ ਨਹੀਂ ਹੁੰਦਾ ਨਾ ਮਨ, ਇਸ ਕਰਕੇ ਤੁਹਾਨੂੰ ਕਈ ਵਾਰੀ ਸਰੀਰ 'ਚ ਵਿਚਾਰ ਵੱਧ ਜਾਂਦੇ ਆ,
ਨੀਂਦ ਆ ਜਾਂਦੀ ਆ, ਉਬਾਸੀਆਂ, ਫੁਰਨੇ, ਚੌਂਕੜੇ ਦੇ ਵਿੱਚ ਦਿੱਕਤ, ਕਿਉਂਕਿ ਮਨ ਅਜੇ ਵੱਖ ਨਹੀਂ ਹੋਇਆ। ਸੋ ਆਓ ਫਿਰ ਆਪਾਂ ਗੁਰਮੰਤਰ ਦਾ ਅਭਿਆਸ ਕਰਕੇ ਮਨ ਨੂੰ ਚਾਰਜ ਕਰੀਏ ਔਰ ਫਿਰ ਆਪਾਂ ਸਤਿਗੁਰਾਂ ਦੇ ਚਰਨ ਦੇ ਵਿੱਚ ਬੈਠਣ ਦੇ ਜਿਹੜਾ ਸਾਨੂੰ ਵੀ ਸੱਚੇ ਪਾਤਸ਼ਾਹ ਰੁਤਬਾ ਬਖਸ਼ਣ। ਆਓ ਜੀ ਕਰੋ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।